ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਅੱਜ ਅਸੀਂ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਕਰੰਟ ਪ੍ਰਾਈਮ ਮੁੱਦੇ। ਗੱਲਬਾਤ ਜਿਹੜੀ ਹੈ ਉਹ ਕਾਫੀ ਅਹਿਮ ਮੁੱਦਿਆਂ ਤੇ ਕਰਾਂਗੇ। ਤੁਹਾਡੇ ਲਈ ਇਹ ਪ੍ਰੋਗਰਾਮ ਜਿਹੜਾ ਅੱਜ ਬੜਾ ਅਹਿਮ ਸੁਣਨਯੋਗ ਜਿਹੜਾ ਉਹ ਹੋਊਗਾ। ਤੁਹਾਨੂੰ ਦੱਸ ਦਈਏ ਕਿ ਗੱਲਬਾਤ ਜਿਹੜੀ ਸਭ ਤੋਂ ਪਹਿਲਾਂ ਅਸੀਂ ਆਸ਼ੂ ਦੇ ਰਿਗਾਰਡਿੰਗ ਕਰਨ ਜਾ ਰਹੇ ਹਾਂ। ਆਸ਼ੂ ਨੂੰ 4 ਦਿਨ ਜਿਹੜਾ ਉਹ ਰਿੜਕੇਗੀ ਵਿਜੀਲੈਂਸ ਦੀ ਟੀਮ। ਅਦਾਲਤ ਨੇ ਜਿਹੜਾ 4 ਦਿਨ ਦਾ ਰਿਮਾਂਡ ਦੇ ਦਿੱਤਾ। ਕਿਹੜੇ ਕਿਹੜੇ ਖੁਲਾਸੇ ਜਿਹੜੇ ਹੋ ਸਕਦੇ ਆ ਉਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਆਸ਼ੂ ਨੇ ਵੀ ਵੱਡੇ ਇਲਜ਼ਾਮ ਲਗਾਏ ਨੇ ਤੇ ਉਧਰ ਭਗਵੰਤ ਮਾਨ ਨੇ ਵੀ ਮੂੰਹ ਤੋੜਵੇਂ ਜਵਾਬ ਦਿੱਤੇ ਨੇ। ਭਗਵੰਤ ਮਾਨ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ ਆਸ਼ੂ ਦੀਆਂ ਮੁਸ਼ਕਲਾਤਾਂ ਜਿਹਦੇ ਨਾਲ ਵਧੀਆਂ ਨੇ। ਕਿ ਵਾਕਈ ਭਗਵੰਤ ਮਾਨ ਦੇ ਇਲਜ਼ਾਮ ਜਾਂ ਭਗਵੰਤ ਮਾਨ ਦੀਆਂ ਗੱਲਾਂ ਸਹੀ ਨੇ, ਕਹਿੰਦੇ ਕੀ ਨੇ, ਉਸ ਤੇ ਵੀ ਗੱਲਬਾਤ ਕਰਾਂਗੇ। ਤਾਂ ਉਧਰ ਆਪਾਂ ਕਹਾਂਗੇ ਕਿ ਛੱਡ ਗਏ ਭਗਵੰਤ ਮਾਨ। ਛੱਡ ਗਏ ਭਗਵੰਤ ਮਾਨ ਇਸ ਲਈ ਕਿ ਆਪਣੀਆਂ ਗੱਲਾਂ ਛੱਡ ਗਏ ਲੱਗਦੇ ਆ, ਆਪਣੀਆਂ ਗੱਲਾਂ ਤੋਂ ਮੁੱਕਰ ਗਏ ਲੱਗਦੇ ਆ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਉਸ ਤੇ ਗੱਲਬਾਤ ਕਰਾਂਗੇ। ਛੱਡ ਗਏ ਤੇ ਮੁੱਕਰ ਗਏ ਦੇ ਨਾਲ ਨਾਲ ਕੀ ਦੱਬ ਵੀ ਗਏ ਭਗਵੰਤ ਮਾਨ, ਇਹ ਅਸੀਂ ਕਿਉਂ ਗੱਲ ਕਹਿ ਰਹੇ ਹਾਂ, ਇਸ ਤੇ ਵੀ ਜਿਹੜੀ ਉਹ ਵਿਸਥਾਰਪੂਰਵਕ ਅਸੀਂ ਚਰਚਾ ਕਰਾਂਗੇ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ। ਬੜਾ ਅਹਿਮ ਪ੍ਰੋਗਰਾਮ ਜਿਹੜਾ ਅੱਜ ਦਾ ਉਹ ਰਹਿਣ ਵਾਲਾ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ, ਮੈਂ ਉਹਨਾਂ ਦਾ ਸਵਾਗਤ ਕਰਦਾ। ਪਹਿਲਾਂ ਤਾਂ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਣਖ ਸਾਹਿਬ ਸ਼ੁਰੂਆਤ ਜਿਹੜੀ ਹੈ ਨਾ ਪਹਿਲਾਂ ਆਪਾਂ ਆਸ਼ੂ ਵਾਲੀ ਖਬਰ ਤੋਂ ਹੀ ਕਰਦੇ ਹਾਂ ਕਿ ਆਸ਼ੂ ਨੂੰ 4 ਦਿਨ ਹੁਣ ਜਿਹੜੀ ਵਿਜੀਲੈਂਸ ਦੀ ਟੀਮ ਰਿੜਕਣ ਜਾ ਰਹੀ ਹੈ। 27 ਅਗਸਤ ਤੱਕ ਜਿਹੜਾ ਰਿਮਾਂਡ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਉਹ ਮਿਲ ਗਿਆ ਵਿਜੀਲੈਂਸ ਦੀ ਟੀਮ। ਤਾਂ ਕਿਹੜੇ ਕਿਹੜੇ ਖੁਲਾਸੇ ਇਹਦੇ ਵਿੱਚ ਹੋ ਸਕਦੇ ਆ। ਤੇ ਦੂਜੇ ਪਾਸੇ ਭਗਵੰਤ ਮਾਨ ਨੇ ਇਹ ਗੱਲਾਂ ਕਹਿਤੀਆਂ, ਕਹਿੰਦੇ ਕਿ ਜਿਹੜੀ ਕਾਂਗਰਸ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਕੋਲੇ ਸਬੂਤ ਨਹੀਂ, ਪੋਲੀਟੀਕਲ ਵੈਂਡੈਟਾ ਕੀਤਾ ਜਾ ਰਿਹਾ ਹੈ। ਕਹਿੰਦੇ ਕੋਈ ਪੋਲੀਟੀਕਲ ਵੈਂਡੈਟਾ ਨਹੀਂ, ਸਾਡੇ ਕੋਲੇ ਸਬੂਤ ਆ, ਅਸੀਂ ਇਸ ਕਰਕੇ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਹੈ। ਕਹਿੰਦੇ ਕੱਲ ਇਹ ਕਹਿੰਦੇ ਸੀ ਸਾਨੂੰ ਗ੍ਰਿਫਤਾਰ ਕਰੋ, ਤੇ ਜੇ ਗ੍ਰਿਫਤਾਰ ਕਰ ਲਿਆ ਹੁਣ ਕਹਿੰਦੇ ਕਿਉਂ ਕਰ ਲਿਆ। ਦੋਵਾਂ ਚੀਜ਼ਾਂ ਨੂੰ ਮਿਲਾ ਕੇ ਜੇ ਮੈਂ ਗੱਲਬਾਤ ਕਰਾਂ ਤਾਂ ਫਿਰ ਕਿਵੇਂ ਦੇਖਦੇ ਹੋ ਤੁਸੀਂ, ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਪੋਲਿਟਿਕਸ? ਕੌਣ ਸੱਚ ਹੋ ਰਿਹਾ, ਆਸ਼ੂ ਜਾਂ ਫਿਰ ਭਗਵੰਤ ਮਾਨ? ਤਾਂ ਕੀ ਲੱਗਦਾ ਹੈ ਭਗਵੰਤ ਮਾਨ ਦੇ ਨਾਲ ਜਿਸ ਤਰੀਕੇ ਦੇ ਆਪਾਂ ਬਿਆਨ ਤੇ ਗੱਲ ਕਰਨੀ ਹੈ ਤਾਂ ਉਧਰ ਰਿਮਾਂਡ ਮਿਲਣ ਦੇ ਨਾਲ ਆਸ਼ੂ ਤੋਂ ਕਿਹੜੇ ਕਿਹੜੇ ਖੁਲਾਸੇ ਹੋਣ ਦੀ ਉਮੀਦ ਜਿਹੜੀ ਹੈਗੀ? ਸੁਖਵਿੰਦਰ ਜੀ, ਤੁਸੀਂ ਇਸ ਪ੍ਰਸ਼ਨ 'ਚ ਇੱਕ ਨਾਮ ਛੱਡ ਕੇ ਰਾਜਾ ਵੜਿੰਗ ਦਾ, ਜਿਹੜੇ ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਕਿਹੜੇ ਕਿਹੜੇ ਖੁਲਾਸੇ ਕਰ ਸਕਦੇ ਨੇ ਪੁਲਿਸ ਰਿਮਾਂਡ ਦੇ ਵਿੱਚ ਆਪਣੇ ਭਾਰਤ ਭੂਸ਼ਣ ਆਸ਼ੂ, ਉਹ ਖੁਲਾਸੇ ਤਾਂ ਆਪਾਂ ਆਪਣੇ ਚੈਨਲ ਤੇ ਚਲਾ ਵੀ ਚੁੱਕੇ ਤੇ ਰਾਜਾ ਵੜਿੰਗ ਨੇ ਉਹ ਖੁਲਾਸੇ ਖੁਦ ਹੀ ਕਰ ਦਿੱਤੇ ਆ ਕਿ ਕਿਹੜੇ ਕਿਹੜੇ ਖੁਲਾਸੇ ਹੋ ਸਕਦੇ ਆ। ਜਿਸ ਤਰ੍ਹਾਂ ਉਹਨਾਂ ਨੇ ਅਨਾਜ ਦੀ ਢੋਆ ਢੁਆਈ ਦੇ ਸੰਬੰਧੀ ਗੱਲ ਕੀਤੀ ਕਿ ਟਰੈਕਟਰਾਂ ਦੀ ਥਾਂ ਤੇ ਉੱਤੇ ਸਕੂਟਰਾਂ ਦੇ ਉਹਨਾਂ ਦੇ ਨੰਬਰ, ਤੇ ਰਾਜਾ ਵੜਿੰਗ ਇਹ ਵੀ ਗੱਲ ਕਹਿ ਗਏ ਨਾਲ ਕਿ ਕਿਸਮ ਦਾ ਦੋਸ਼ੀ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਸਾਧਨਾਂ ਦੇ ਜਿਹੜੇ ਨੰਬਰ ਚੈੱਕ ਜਿਹੜੇ ਹੁੰਦੇ ਨੇ ਆਵਾਜਾਈ ਦੇ ਸਾਧਨ ਢੋਆ ਢੁਆਈ ਦੇ, ਉਹਨਾਂ ਦੇ ਨੰਬਰ ਚੈੱਕ ਕਰਨ ਦੀ ਜ਼ਿੰਮੇਵਾਰੀ ਮੰਤਰੀ ਦੀ ਥੋੜਾ ਹੁੰਦੀ ਆ। ਇਹ ਬਹੁਤ ਵਧੀਆ ਉਹਨਾਂ ਨੇ ਕਲੀਨ ਚਿੱਟ ਉਸੇ ਤਰੀਕੇ ਨਾਲ ਦਿੱਤੀ ਆ ਜਿਸ ਤਰੀਕੇ ਨਾਲ ਕਦੇ ਕੈਪਟਨ ਅਮਰਿੰਦਰ ਸਿੰਘ ਦਿੰਦੇ ਹੁੰਦੇ ਸੀ। ਜੇਕਰ ਉਹਨਾਂ ਜਿਹੜੇ ਵਾਹਨ ਨੇ, ਜੇਕਰ ਉਹਨਾਂ ਦੀ ਨੰਬਰ ਪਲੇਟ ਜਾਂ ਨੰਬਰਾਂ ਦੀ ਜਾਂਚ ਕਰਦਾ ਮੰਤਰੀ ਦਾ ਕੰਮ ਨਹੀਂ, ਮੰਨ ਲਿਆ ਕੈਬਨਿਟ ਮੰਤਰੀ, ਪਰ ਉਹ ਜਿਹੜਾ ਮਹਿਕਮਾ ਉਹਦੀ ਤੇ ਡਿਊਟੀ ਬਣਦੀ ਨਾ ਕਿ ਜਿਸ ਮਹਿਕਮੇ ਦਾ ਉਹ ਮੰਤਰੀ ਆ ਤਾਂ ਉਸ ਮਹਿਕਮੇ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹਨਾਂ ਦੇ ਨੰਬਰ ਚੈੱਕ ਕਰੇ। ਇੰਨੀ ਗੱਲ ਕਹਿ ਕੇ ਕਲੀਨ ਚਿੱਟ ਜਿਹੜੀ ਆ ਸੁਖਵਿੰਦਰ ਜੀ ਨਹੀਂ ਦਿੱਤੀ ਜਾ ਸਕਦੀ। ਥੋੜਾ ਜਿਹਾ ਅਣਖੀ ਸਾਹਿਬ ਮੈਂ ਮਾੜਾ ਜਿਹਾ ਰੁਕਣਾ ਚਾਹੂੰਗਾ, ਮਾਫ ਕਰਨਾ, ਕਈ ਵਾਰੀ ਦਰਸ਼ਕ ਵੀ ਆਪਣੇ ਖਿੱਚ ਜਾਂਦੇ ਆ। ਕਿ ਰਾਜਾ ਵੜਿੰਗ ਇਹ ਦੱਸਣਗੇ ਕਿ ਇੱਕ ਸਹੀ ਤੇ ਸਾਫ਼ ਸੁਥਰੀ ਜਿਹੜੀ ਆ ਉਹ ਇਨਕੁਆਇਰੀ ਕਰ ਰਹੇ ਡੀਐਸਪੀ ਨੂੰ ਧਮਕਾਉਣਾ ਜਿਹੜਾ ਉਹ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸੀ, ਤੇ ਇੱਕ ਲੇਡੀ ਡੀਈਓ ਨੂੰ ਜਿਹੜੇ ਕਈ ਸੈਂਕੜੇ ਲੋਕਾਂ ਦੇ ਇਕੱਠ ਦੇ ਵਿੱਚੋਂ ਬੇਇੱਜ਼ਤ ਕਰਨਾ ਤੇ ਉਹਨੂੰ ਫੰਕਸ਼ਨ ਦੇ ਵਿੱਚੋਂ ਭੱਜਣ ਲਈ ਕਹਿ ਦੇਣਾ ਕਿ ਇਹ ਜਿਹੜਾ ਮੰਤਰੀ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸੀ। ਹਾਂ, ਬੜਾ ਸੋਹਣਾ ਤੁਸੀਂ ਹੋਰ ਜਵਾਬ ਮੈਨੂੰ ਹੋਰ ਦੱਸਤਾ ਕਿ ਹਾਂ ਇਹ ਰਾਜਾ ਵੜਿੰਗ ਨੂੰ ਜ਼ਰੂਰ ਸਾਫ਼ ਕਰ ਲੈਣਾ ਚਾਹੀਦਾ ਕਿ ਮੰਤਰੀ ਦੀ ਡਿਊਟੀ ਇਹੋ ਹੀ ਆ ਕਿ ਇੱਕ ਨੌਕਰੀ ਦੇ ਤਨਾਤ ਜੀਓ ਰੈਂਕ ਦੇ ਅਫਸਰ ਨੂੰ ਤੁਸੀਂ ਜਲੀਲ ਕਰ ਦੋ ਤੇ ਇੰਨੀ ਗੱਲ ਕਹਿ ਦੋ ਕਿ ਜਾਂ ਹਾਈ ਕੋਰਟ ਨੂੰ ਜਾ ਕੇ ਕਹਿ ਦੇ ਕਿ ਮੰਤਰੀ ਨਹੀਂ ਮੰਨਦਾ, ਤੇ ਦੂਜੇ ਪਾਸੇ ਇੱਕ ਮਹਿਲਾ ਡੀਓ ਨੂੰ ਇਸ ਕਰਕੇ ਬੇਇੱਜ਼ਤੀ ਕਰ ਦੋ ਕਿ ਤੁਸੀਂ ਟਾਈਮ ਸਿਰ ਨਹੀਂ ਪਹੁੰਚੇ
ਕੀ ਇਹ ਮੰਤਰੀ ਦਾ ਕਾਰਜਕਾਲ ਇੱਥੋਂ ਤੱਕ ਹੀ ਸੀਮਤ ਆ ਕਿ ਮੰਤਰੀ ਨੇ ਨੰਬਰ ਚੈੱਕ ਤਵੇਂ ਕਰਦੇ, ਸਿਰਫ ਲੋਕਾਂ ਨੂੰ ਦਬਕੇ ਮਾਰਦਾ ਤੇ ਆਪਣੇ ਵਰਕਰਾਂ ਦੀਆਂ ਪੱਗਾਂ ਵੀ ਲਾ ਦੇਣੀਆਂ। ਜਿਸ ਤਰੀਕੇ ਨਾਲ ਵੀਡੀਓ ਜਿਹੜੇ ਵਾਇਰਲ ਹੋ ਰਹੇ ਨੇ, ਖੈਰ ਇਹ ਇੱਕ ਗੱਲ ਤਰੀਕੇ ਦੀ ਹੀ ਸੀ ਕਿ ਰਾਜਾ ਵੜਿੰਗ ਨੇ ਖੁਲਾਸੇ ਕਰ ਦਿੱਤੇ ਨੇ ਕਿਹੜੇ ਕਿਹੜੇ ਹੋਣੇ ਆ ਜਾਂ ਕਿਹੜੇ ਕਿਹੜੇ ਨਹੀਂ ਹੋਣੇ। ਤੇ ਸੁਖਵਿੰਦਰ ਜੀ ਇਹ ਵੀ ਗੱਲ ਮੈਂ ਕਹਦਾ ਕਿ ਜੇ ਰਾਜਾ ਵੜਿੰਗ ਵਰਗੇ ਤੁਹਾਡੇ ਦੋਸਤ ਆ ਤਾਂ ਫਿਰ ਦੁਸ਼ਮਣਾਂ ਦੀ ਕੋਈ ਲੋੜ ਨਹੀਂ। ਮੈਨੂੰ ਨਹੀਂ ਇਹ ਪਤਾ ਲੱਗਾ ਕਿ ਅੱਜ ਰਾਜਾ ਵੜਿੰਗ ਉਹਨਾਂ ਦਾ ਹਮਦਰਦੀ ਕਰਨ ਡੇ ਹੀ ਕਿ ਦੁਸ਼ਮਣੀ ਜਤਾ ਰਹੇ ਕਿ ਅੰਦਰੋਂ ਅੰਦਰੀ ਖੁਸ਼ੀ ਦਾ ਇਜ਼ਹਾਰ ਕਰ ਰਹੇ, ਇਹਨਾਂ ਨਹੀਂ ਪਤਾ। ਪਰ ਜਿਸ ਤਰੀਕੇ ਨਾਲ ਅੱਜ ਰਵਨੀਤ ਸਿੰਘ ਬਿੱਟੂ, ਦੂਜੇ ਪਾਸੇ ਰਾਜਾ ਵੜਿੰਗ ਆਏ ਸਾਹਮਣੇ, ਅੱਜ ਹਾਲਾਂਕਿ ਰਵਨੀਤ ਸਿੰਘ ਬਿੱਟੂ ਦੀ ਟੋਨ ਜਿਹੜੀ ਸੁਰ ਜਿਹੜੀ ਨੀਵੀਂ ਸੀ, ਕਿਉਂਕਿ ਪਤਾ ਲੱਗਾ ਵਿਜੀਲੈਂਸ ਉਹਦੇ ਖਿਲਾਫ ਵੀ ਸਕੰਜਾ ਕੱਸਣ ਦੀ ਤਿਆਰੀ ਜਿਹੜੀ ਆ ਕਰਦੀ ਪਈ ਆ। ਖੈਰ ਗੱਲ ਉਧਰ ਨੂੰ ਨਾ ਜਾਵੇ, ਮੈਂ ਸਿੱਧਾ ਤੁਹਾਡੇ ਪ੍ਰਸ਼ਨ ਵੱਲ ਆਉਣਾ ਜੀ, ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ ਕਿ 4 ਦਿਨ ਦਾ 27 ਤਰੀਕ ਤੱਕ ਦਾ ਰਿਮਾਂਡ ਜਿਹੜਾ ਭਾਰਤ ਭੂਸ਼ਣ ਦੇ ਸੰਬੰਧੀ ਵਿਜੀਲੈਂਸ ਨੂੰ ਮਿਲਿਆ, ਤਾਂ ਹੁਣ ਭਾਰਤ ਭੂਸ਼ਣ ਆਸ਼ੂ ਜ਼ਰੂਰ ਰਿੜਕਿਆ ਜਾਵੇਗਾ। ਰਿੜਕਣਾ ਉਸੇ ਤਰੀਕੇ ਦੇ ਨਾਲ ਹੀ ਹੈ ਜਿਸ ਤਰੀਕੇ ਨਾਲ ਠੇਕੇਦਾਰ ਤੋਲੂ ਰਾਮ ਨੇ ਇਨਕਸ਼ਾਫ ਜਿਹੜੇ ਬਿਆਨ ਦਿੱਤੇ ਨੇ, 420 ਦਾ ਪਰਚਾ 120B ਤੇ POC ਐਕਟ ਜਿਹੜਾ ਉਹਦੇ ਉੱਤੇ ਲਗਾਇਆ ਗਿਆ। ਉਹਨਾਂ ਐਕਟਾਂ ਦੇ ਵਿੱਚ ਬਾਕੀ ਗੱਲ ਤਾਂ ਚਲੋ ਸਾਡੇ ਦਰਸ਼ਕ ਸਾਰੇ ਦੱਸ ਹੀ ਦਿੱਤੀ ਆ ਕਿ ਜਿਹੜੇ ਅਨਾਜ ਜਿਹੜਾ ਢੋਆ ਢਵਾਈ ਹੋਈ, ਉਹ ਜਿਹੜੇ ਵਾਹਨ ਸੀ ਉਹ ਟਰੱਕਾਂ ਦੇ ਵਾਹਨ ਨਹੀਂ ਸੀ, ਬਲਕਿ ਕਿ ਸਕੂਟਰਾਂ ਦੇ, ਆਟੋਆਂ ਦੇ ਜਾਂ ਹੋਰ ਰਕਸ਼ਿਆਂ ਦੇ ਨੰਬਰ ਜਿਹੜੇ ਉਹ ਲਾ ਕੇ ਢੋਆ ਢਵਾਈ ਕੀਤੀ ਗਈ। ਤਾਂ ਉਹਦੇ ਵਿੱਚੋਂ ਸਿੱਧਾ ਕਿੰਨੇ ਵੱਡੇ ਪੱਧਰ ਦੀ ਜਿਹੜੀ ਕਮਿਸ਼ਨ ਸੀ, ਜਿਹੜੀ ਉਹ ਕਹਿੰਦੇ ਨੇ ਕਿ 2000 ਕਰੋੜ ਦੇ ਕਰੀਬ ਜਿਹੜੀ ਆ ਉਹ ਮਾਲ ਮੱਤਾ ਜਿਹੜਾ ਛਕਿਆ। ਦੂਜੇ ਪਾਸੇ ਕੋਵਿਡ ਦੇ ਸਮੇਂ ਦੇ ਦੌਰਾਨ ਰਵਨੀਤ ਸਿੰਘ ਬਿੱਟੂ ਜਿਸ ਸੰਬੰਧੀ ਕਹਿ ਰਹੇ ਕਿ ਬਹੁਤ ਦਾਲਾਂ ਇਹਨਾਂ ਨੇ ਮੰਗਾਈਆਂ, ਕਹਿੰਦੇ ਨੇ ਕਿ ਉਹ ਦਾਲਾਂ ਖਰੀਦਣ ਦੇ ਵਿੱਚ ਵੀ ਮੰਤਰੀ ਸਾਹਿਬ ਨੇ ਕਥਿਤ ਤੌਰ ਤੇ ਹੱਥ ਜਿਹੜੇ ਆ ਉਹ ਧੋਤੇ ਨੇ, ਕਮਾਈ ਖੁਦ ਚੋਂ ਵੀ ਕੀਤੀ ਆ ਕੋਵਿਡ ਦੇ ਨਾਂ ਤੇ। ਜਦੋਂ ਅਨਾਜ ਮੰਗਾਇਆ ਗਿਆ ਗੋਦਾਮਾਂ ਦੇ ਵਿੱਚ ਆਇਆ ਤਾਂ ਉਦੋਂ ਵੀ ਤੱਥ ਸਾਹਮਣੇ ਆਏ ਨੇ ਵਿਜੀਲੈਂਸ ਦੇ ਹੱਥ ਕਿ ਦਾਲ ਜਿਹੜੀ ਮੰਗਾਈ ਤੇ ਪਤਾ ਨਹੀਂ ਥੋੜੀ ਪਰ ਦਰਸਾਈ ਬਹੁਤ ਜ਼ਿਆਦਾ ਗਈ। ਸੋ ਇਹੋ ਜਿਹੇ 2-3 ਜਿਹੜੀਆਂ ਚੀਜ਼ਾਂ ਨੇ। ਤੇ ਇੱਕ ਜਿਹੜਾ ਵੱਡਾ ਮਹੱਤਵਪੂਰਨ ਜਿਹੜਾ ਉਹਨਾਂ ਤੇ ਇਲਜ਼ਾਮ ਆ ਕਿ ਜਿਹੜੇ ਆਪਣੇ ਚਹੇਤੇ 2 ਜਾਂ 3 ਜਿਹੜੇ ਠੇਕੇਦਾਰ ਸੀ, ਉਹਨਾਂ ਠੇਕੇਦਾਰਾਂ ਨੂੰ ਹੀ ਸਭ ਕੁਝ ਦਿੱਤਾ ਗਿਆ ਤੇ ਦੂਜਿਆਂ ਨੂੰ ਕਿਸ ਤਰੀਕੇ ਨਾਲ ਨਜ਼ਰ ਅੰਦਾਜ਼ ਕੀਤਾ ਗਿਆ। ਤੇ ਤੋਲੂ ਰਾਮ ਦੀ ਜਿਹੜਾ ਮੇਨ ਠੇਕੇਦਾਰ ਜਿਹੜੀ ਬਿਆਨਾਂ ਤੇ ਇਹ ਪਰਚਾ ਦਰਜ ਹੋਇਆ, ਉਹਦੇ ਵੱਲੋਂ ਤਾਂ ਬਿਆਨ ਹੋਰ ਵੀ ਕਹਿੰਦੇ ਨੇ ਕਾਫੀ ਜਿਹੜੇ ਇਨਕਸ਼ਾਫ ਨੇ ਵਿਜੀਲੈਂਸ ਕੋ ਕੀਤੇ ਗਏ ਨੇ ਭਾਰਤ ਭੂਸ਼ਣ ਆਸ਼ੂ ਦੇ ਸੰਬੰਧੀ, ਜਿਨ੍ਹਾਂ ਨੂੰ ਅਜੇ ਜਿਹੜੇ ਉਹਨਾਂ ਬਿਆਨਾਂ ਨੂੰ ਜਨਤਕ ਨਹੀਂ ਕੀਤਾ। ਪਰ 120B ਦਾ ਸਾਜ਼ਿਸ਼ ਦੇ ਤਹਿਤ ਜਿਹੜਾ ਪਰਚਾ ਦਰਜ ਕਰਦਾ, ਉਸ ਤੋਂ ਸਾਫ਼ ਇਹ ਜ਼ਾਹਿਰ ਹੁੰਦਾ ਕਿ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗੇ ਨੇ ਤੇ ਵਿਜੀਲੈਂਸ ਕੋਲ ਕਾਫੀ ਪੁਖਤਾ ਸਬੂਤ ਨੇ, ਜਿਸ ਤਰੀਕੇ ਨਾਲ ਕੱਲ ਉਹਨਾਂ ਨੂੰ ਹੱਥ ਪਾਇਆ ਗਿਆ। ਔਰ ਕਲੀਅਰ ਕੱਟ ਜਿਸ ਤਰੀਕੇ ਨਾਲ ਅੱਜ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਹਾਂ ਇਹ ਸਾਨੂੰ ਕਹਿੰਦੇ ਫੜ ਲਓ, ਹੀ ਫੜ ਲਿਆ, ਹੁਣ ਚੀਕਦੇ ਪਏ, ਜਿਸ ਤਰ੍ਹਾਂ ਉਹ ਉਹਨਾਂ ਦਾ ਅੰਦਾਜ਼ ਭਗਵੰਤ ਮਾਨ ਦਾ ਹੈਗਾ। ਤਾਂ ਇਸ ਗੱਲ ਕਰਕੇ ਇਹਨਾਂ 4 ਦਿਨਾਂ ਦੇ ਵਿੱਚ ਹੁਣ ਇਹ ਵੇਖਣਾ ਹੋਏਗਾ ਕਿ ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਕੋਲ ਕੀ ਕੁਝ ਕਢਾਉਂਦੀ ਆ ਤੇ ਕੀ ਕੁਝ ਨਹੀਂ ਕਢਾ ਪਾਉਂਦੀ। ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਸੁਖਵਿੰਦਰ ਜੀ, ਪੁਲਿਸ ਅਫਸਰ ਕੋਈ ਵੀ ਹੋਵੇ, ਆਪਣੀ ਬਰਾਦਰੀ ਦੇ ਕੀਤੀ ਗਈ ਬੇਇੱਜ਼ਤੀ ਦਾ ਜ਼ਰੂਰ ਕੋਈ ਵੀ ਮਹਿਕਮਾ ਹੋਵੇ ਤਾਂ ਉਸ ਮਹਿਕਮੇ ਦੀ ਇੱਕ ਬਰਾਦਰੀ ਭਾਵ ਹੁੰਦਾ ਕਿ ਜੇਕਰ ਕਿਸੇ ਮੰਤਰੀ ਨੇ ਕਿਸੇ ਮਹਿਕਮੇ ਦੇ ਕਿਸੇ ਬੰਦੇ ਦੀ ਬੇਇੱਜ਼ਤੀ ਕੀਤੀ ਹੋਵੇ ਤਾਂ ਉਹ ਟਾਈਮ ਜ਼ਰੂਰ ਆ ਜਾਂਦਾ। ਤਾਂ ਸ਼ਾਇਦ ਮਹਿਕਮਾ ਇਹ ਵੀ ਕਿਹੜ ਕੱਢੇਗਾ ਕਿ ਭਾਰਤ ਭੂਸ਼ਣ ਆਸ਼ੂ ਨੇ ਉਸ ਸਮੇਂ DSP ਬਲਵਿੰਦਰ ਸੇਖੋਂ ਦਾ ਕੀ ਹਾਲ ਕੀਤਾ ਜਾਂ ਕਿਸ ਤਰੀਕੇ ਨਾਲ ਜਲੀਲ ਕੀਤਾ। ਹੋ ਸਕਦਾ ਕਿ ਇਹਦੇ ਸੰਬੰਧੀ ਵੀ ਜਿਹੜਾ ਅਕਸਰ ਮੈਂ ਪਹਿਲੀ ਵਾਰੀ ਇੱਕ ਕਿਸੇ ਲੀਡਰ ਦੀ ਇਹੋ ਜਿਹੀ ਗ੍ਰਿਫਤਾਰੀ ਜਿਹੜੀ ਦੇਖੀ ਹੈ ਜਿੱਥੇ ਚਲੋ ਵਿਰੋਧੀ ਤੇ ਆਮ ਲੋਕ ਤਾਂ ਖੁਸ਼ ਹੁੰਦੇ ਹੀ ਆ ਲੀਡਰਾਂ ਤੇ, ਆਪਾਂ ਜਾਣਦੇ ਹੀ ਆ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਵੀ ਜਿਹੜੇ ਇਸ ਤਰੀਕੇ ਦੇ ਨਾਲ ਖੁਸ਼ ਅੰਦਰ ਖਾਤੇ, ਉਹ ਮੈਂ ਪਹਿਲੀ ਵਾਰੀ ਦੇਖਿਆ। ਵਿਰੋਧੀ ਵੀ ਖੁਸ਼, ਲੋਕ ਵੀ ਖੁਸ਼, ਅਫਸਰ ਵੀ ਖੁਸ਼ ਤੇ ਆਪਣੇ ਬੰਦੇ ਵੀ ਖੁਸ਼। ਪਹਿਲੀ ਵਾਰੀ ਮੈਂ ਦੇਖਿਆ ਇਹੋ ਜਿਹੀ ਸ਼ਖਸੀਅਤ, ਇੰਨਾ ਭਰਮਾ ਪਿਆਰ ਆਸ਼ੂ ਨੂੰ ਜਿਹੜਾ ਮਿਲ ਰਿਹਾ ਹੈ, ਇਹ ਮੈਂ ਪਹਿਲੀ ਵਾਰੀ ਜਿਹੜਾ ਸਿਸਟਮ ਬਣ ਕੇ ਦੇਖਿਆ। ਤਾਂ ਉਹ ਤਾਂ ਜੇ ਭਗਵੰਤ ਮਾਨ ਦੀ ਆਪਾਂ ਗੱਲ ਕਰੀਏ, ਉਹ ਕਹਿੰਦੇ ਕਿ ਸਾਡੇ ਕੋਲ ਸਬੂਤ ਹੈਗੇ ਆ, ਤੇ ਸਬੂਤ ਦੀ ਜਿਹੜੇ ਉਹ ਗੱਲ ਕਰ ਰਹੇ ਆ, ਕੀ ਲੱਗਦਾ ਕਿ ਆਸ਼ੂ ਦਾ ਹੁਣ ਨਿਕਲਣਾ ਜਿਹੜਾ ਸੌਖਾ ਹੋਊਗਾ ਜੇ ਬਾਕੀ ਉਹਨਾਂ ਕੋਲ ਸਬੂਤ ਹੋਊਗਾ? ਸੁਖਿੰਦਰ ਜੀ ਪਹਿਲਾਂ ਤਾਂ ਤੁਹਾਡੇ ਪ੍ਰਸ਼ਨ ਦਾ ਜਵਾਬ ਦਿੱਤਾ, ਜਦੋਂ ਬੰਦੇ ਨੇ ਅੱਤ ਚੁੱਕੀ ਹੋਵੇ ਨਾ ਤਾਂ ਫਿਰ ਅੱਤ ਖੁਦਾ ਦਾ ਵੈਰ ਹੁੰਦਾ। ਭਾਰਤ ਭੂਸ਼ਣ ਆਸ਼ੂ ਨੇ ਆਪਣੇ ਮੰਤਰੀ ਕਾਲ ਸਮੇਂ ਜਿੰਨੀ ਕੁ ਅੱਤ ਚੁੱਕੀ ਸੀ ਲੁਧਿਆਣੇ ਦੇ ਵਿੱਚ, ਜਾਂ ਸਾਰੇ ਬੰਦਿਆਂ ਨੂੰ ਜਿਸ ਤਰੀਕੇ ਨਾਲ ਦਬਕੇ ਮਾਰਦੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਬੜੇ ਹੀ ਬਲੂ ਆਈ ਬॉय ਹੁੰਦੇ ਸੀ, ਤਾਂ ਕੁਦਰਤੀ ਤੌਰ ਤੇ ਹੁਣ ਤਾਂ ਉਹਨਾਂ ਲੋਕਾਂ ਨੇ ਇਹਨਾਂ ਦੇ ਪਾਰਟੀ ਦੇ ਬੰਦੇ ਨੇ ਤਾਂ ਅੰਦਰ ਖਾਤੇ ਕਿਉਂ ਬਾਹਰੋਂ ਵੀ ਕਈ ਬਹੁਤ ਜ਼ਿਆਦਾ ਖੁਸ਼ ਨੇ ਕਿ ਹਾਂ ਇਸ ਬੰਦੇ ਨੂੰ ਇਹੋ ਕੁਝ ਹੋਣਾ ਚਾਹੀਦਾ। ਖਾਸ ਤੌਰ ਤੇ 2 ਸਟੇਟਮੈਂਟਾਂ ਕਰਕੇ, ਇੱਕ ਬਲਵਿੰਦਰ ਸੇਖੋਂ ਦੇ ਸੰਬੰਧੀ ਤੇ ਦੂਜੀ ਉਹ DO ਦੇ ਸੰਬੰਧੀ, ਜਿਸ ਤਰੀਕੇ ਨਾਲ ਇਹਨੇ ਬੇਇੱਜ਼ਤੀ ਕੀਤੀ ਸੀ ਉਹਦੇ ਸੰਬੰਧੀ ਹਰ ਬੰਦੇ ਨੇ ਉਦੋਂ ਇਤਰਾਜ਼ ਕੀਤਾ ਸੀ ਤੇ ਬੜੀ
ਅਸੀਂ ਕਹਿ ਸਕਦੇ ਸ਼ਰਮਿੰਦਾ ਹੋਣ ਵਾਲੀ ਗੱਲ, ਸ਼ਰਮਿੰਦਗੀ ਦੀ ਗੱਲ ਹੈ ਰਵਨੀਤ ਸਿੰਘ ਬਿੱਟੂ ਦੀ, ਕਿ ਜਿਹੜਾ ਅੱਜ ਰਵਨੀਤ ਸਿੰਘ ਬਿੱਟੂ ਬੜਾ ਬੋਲਦਾ ਪਿਆ ਉਹਦਾ ਸਪੀਕਰ ਬਣ ਕੇ, ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਦਾ। ਤੇ ਜਦੋਂ ਭਾਰਤ ਭੂਸ਼ਣ ਆਸ਼ੂ ਉਸ ਬੀਬੀ ਡੀਓ ਦੀ ਬੇਇੱਜ਼ਤੀ ਕਰ ਰਿਹਾ ਸੀ ਤਾਂ ਉਸ ਵੇਲੇ ਸੱਜੇ ਪਾਸੇ ਰਵਨੀਤ ਸਿੰਘ ਬਿੱਟੂ ਵੀ ਬੈਠਾ ਹੋਇਆ ਸੀ। ਇਹੋ ਜਿਹੇ ਲੋਕਾਂ ਦਾ ਫਿਰ ਲੋਕਾਂ ਨੇ ਤਾਂ ਖੁਸ਼ ਹੋਣਾ ਹੀ ਹੋਣਾ, ਫਿਰ ਵਿਰੋਧੀਆਂ ਨੇ ਤੇ ਫਿਰ ਆਪਣਿਆਂ ਵੀ ਖੁਸ਼ ਹੋਣਾ ਜਿਹੜੇ ਕੁਝ ਅਸੂਲਾਂ ਦੇ ਤਹਿਤ ਜਿਹੜੇ ਉਹ ਚੱਲਦੇ ਨੇ। ਹੁਣ ਦੂਜਾ ਪ੍ਰਸ਼ਨ ਤੁਹਾਡਾ ਕਿ ਵਾਕਈ ਭਗਵੰਤ ਮਾਨ ਕੋ ਸਬੂਤ ਨੇ। ਦੇਖੋ ਭਗਵੰਤ ਮਾਨ ਨੇ ਜੇਕਰ ਮਾਫ ਕਰਨਾ, ਭਗਵੰਤ ਮਾਨ ਦੀ ਸਰਕਾਰ ਨੇ ਜੇਕਰ ਵਿਜੀਲੈਂਸ ਬਿਊਰੋ ਨੇ ਇਹਨੂੰ ਹੱਥ ਪਾਇਆ ਤਾਂ ਕੁਝ ਸਬੂਤਾਂ ਦੇ ਆਧਾਰ ਤੇ ਪਾਇਆ। ਸਬੂਤ ਉਹਨਾਂ ਕੋਲ ਹੋਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਭਾਰਤ ਭੂਸ਼ਣ ਆਸ਼ੂ ਦੀ ਜੇਕਰ ਗ੍ਰਿਫਤਾਰੀ ਹੁੰਦੀ ਆ, ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ 'ਚ ਰੌਲਾ ਪੈਣਾ। ਤਾਂ ਇਸ ਕਰਕੇ ਕਿਤੇ ਇਹੋ ਜਿਹੀ ਗੱਲ ਨਾ ਹੋ ਜੇ ਕਿ ਅਗਲੀ ਤਰੀਕ ਤੇ ਭਾਰਤ ਭੂਸ਼ਣ ਆਸ਼ੂ ਜ਼ਮਾਨਤ ਕਰਾਉਣ ਦੇ ਵਿੱਚ ਸਫਲ ਹੋ ਜਾਏ ਤੇ ਸਰਕਾਰ ਦੀ ਜਿਹੜੀ ਹਿੱਠੀ ਹੋ ਜਾਵੇ। ਤੋਲੂ ਰਾਮ ਦੇ ਬਿਆਨਾਂ ਦੇ ਆਧਾਰ ਤੇ ਜਾਂ ਸਰਕਾਰ ਦੇ ਜਿਹੜੇ ਤੱਥ ਜਿਹੜੇ ਬਿਆਨ ਇਕੱਠੇ ਕੀਤੇ ਨੇ, ਪ੍ਰਮਾਣ ਤਾਂ ਜ਼ਰੂਰ ਹੋਣਗੇ ਸੁਖਵਿੰਦਰ ਜੀ। ਤਾਂ ਉਹਨਾਂ ਬਿਆਨਾਂ ਜਾਂ ਉਹਨਾਂ ਪ੍ਰਾਪਤ ਤੱਥਾਂ ਦੇ ਆਧਾਰ ਤੇ ਹੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਈ ਹੈ। ਤੇ ਹੁਣ ਨਿਕਲਣਾ ਅਜੇ ਤੱਕ ਸਾਧੂ ਸਿੰਘ ਧਰਮਸੋਤ ਦੇ ਸੰਬੰਧੀ ਉਹ ਨਹੀਂ ਨਿਕਲ ਸਕਿਆ। ਤੇ ਇਹ ਜਦੋਂ ਕਿ ਇਹਦੇ ਮਗਰ ਇੱਕ ਕਿਸਮ ਦੀ ਕਾਂਗਰਸ ਪੂਰੀ ਦੀ ਪੂਰੀ ਖਲੋਤੀ ਨਜ਼ਰ ਆ ਰਹੀ ਆ, ਬੇਸ਼ੱਕ ਉੱਪਰੋਂ ਪਰਨੇ ਸਹੀ ਦਿਖਾਵੇ ਦੇ ਰੂਪ ਦੇ ਵਿੱਚ ਹੀ ਆ ਰਹੀ ਆ। ਤਾਂ ਕੀ ਵਿਜੀਲੈਂਸ ਕੋਈ ਇਹੋ ਜਿਹਾ ਤੱਥ ਛੱਡੇਗੀ ਕਿ ਜਿਹਦੇ ਨਾਲ ਭਾਰਤ ਭੂਸ਼ਣ ਆਸ਼ੂ ਸੌਖੇ ਤਰੀਕੇ ਨਾਲ ਹੀ ਜੇਲ੍ਹ ਚੋਂ ਬਾਹਰ ਆ ਜਾਏ? ਮੇਰਾ ਨਹੀਂ ਖਿਆਲ। ਜੇ ਹੁਣ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਹੱਥ ਪਾਇਆ, ਪੰਜਾਬ ਸਰਕਾਰ ਨੇ ਹੱਥ ਪਾਇਆ, ਤੇ ਜ਼ਰੂਰ ਕੋਈ ਨਾ ਕੋਈ ਪੁਖਤਾ ਸਬੂਤ ਹੋਣਗੇ। ਕਿਉਂਕਿ ਜੇਕਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਆਣ ਕੇ ਇਹਦੇ ਸੰਬੰਧੀ ਸਟੇਟਮੈਂਟ ਦੇ ਰਿਹਾ ਤਾਂ ਫਿਰ ਸੁਖਵਿੰਦਰ ਜੀ ਗੱਲ ਹਵਾ ਦੇ ਵਿੱਚ ਨਹੀਂ ਆ, ਫਿਰ ਗੱਲ ਕੁਝ ਅਮਲੀ ਰੂਪ 'ਚ ਵਾਕਿਆ ਹੀ ਭਗਵੰਤ ਮਾਨ ਠੀਕ ਹੀ ਕਹਿ ਰਹੇ ਹੋਣਗੇ ਕਿ ਉਹਨਾਂ ਕੋਲ ਸਬੂਤ ਨਹੀਂ ਜਿਹਦੇ ਆਧਾਰ ਤੇ ਹੁਣ ਹੱਥ ਪਾਇਆ। ਹੁਣ ਇਹ ਵੇਖਣਾ ਕਿ ਇਸ ਵਿਜੀਲੈਂਸ ਦੇ ਸਕੰਜੇ 'ਚੋਂ ਭਾਰਤ ਭੂਸ਼ਣ ਆਸ਼ੂ ਨਿਕਲਦਾ ਕਿ ਜਾਂ ਨਹੀਂ ਨਿਕਲਦਾ, ਤੇ ਜਾਂ ਹੁਣ ਉਹਦਾ ਰਾਜਨੀਤਿਕ ਕੈਰੀਅਰ ਖਤਮ ਹੁੰਦਾ। ਬਾਕੀ ਵੇਖੋ ਰਾਜਨੀਤੀ ਦੇ ਵਿੱਚ ਕੋਈ ਬੰਦਾ ਕਿਸੇ ਦਾ ਸੰਗੀ ਸਾਥੀ ਨਹੀਂ। ਅੱਜ ਜਿਹੜੇ ਉਹਦੇ ਨਾਲ ਨੇ ਕੱਲ ਨੂੰ ਉਹਨਾਂ ਦੇ ਦੁਸ਼ਮਣ ਵੀ ਬਣ ਸਕਦੇ ਆ। ਖਾਸ ਤੌਰ ਤੇ ਜਿਹੜੇ ਬੀਤੇ ਦੇ ਕੀਤੇ ਕੰਮ ਹੁੰਦੇ ਨੇ ਉਹੀ ਤੁਹਾਡੇ ਗੁਨਾਹ ਬਣ ਕੇ, ਉਹੀ ਪਾਪ ਬਣ ਕੇ ਸਾਹਮਣੇ ਆਉਂਦੇ ਆ। ਮੈਂ ਫਿਰ ਬਲਵਿੰਦਰ ਸੇਖੋਂ ਦਾ ਜ਼ਿਕਰ ਕਰਨ ਲੱਗਾ ਕਿ ਉਸ ਬੰਦੇ ਦੀ ਉਸ ਦਿਨ ਰਿਟਾਇਰਮੈਂਟ ਸੀ ਔਰ ਇਸ ਬੰਦੇ ਨੇ ਪੂਰਨ ਤੌਰ ਤੇ ਆਪਣਾ ਅਸੀਂ ਘਟੀਆਪਨ ਵਿਖਾਉਂਦੇ ਹਾਂ ਉਸ ਦਿਨ ਉਸ ਬੰਦੇ ਨੂੰ ਡਿਸਮਿਸ ਕਰਾ ਕੇ ਰੱਖ ਦਿੱਤਾ। ਸਾਰੀ ਜੀਵਨ ਦੀ ਉਸਦੀ ਮਿਹਨਤ ਜਿਹੜੀ ਆ ਪਾਣੀ ਫੇਰਤਾ। ਤਾਂ ਕੀ ਉਸ ਪਰਿਵਾਰ ਦੀਆਂ ਹਾਂ ਇਸ ਨੂੰ ਨਾਲ ਲੱਗੀਆਂ ਹੋਣਗੀਆਂ? ਕੀ ਇਨਸਾਫ ਪਸੰਦ ਲੋਕ ਭਾਰਤ ਭੂਸ਼ਣ ਆਸ਼ੂ ਨੂੰ ਨਫ਼ਰਤ ਨਹੀਂ ਕਰਦੇ ਹੋਣਗੇ ਜਿਹੋ ਜਿਹੇ ਇਹਦੇ ਡਾਇਲੈਕਟ ਡਿਲੀਵਰੀਆਂ ਉਹਨਾਂ ਦਿਨਾਂ 'ਚ ਹੁੰਦੀਆਂ ਰਹੀਆਂ? ਲੋਕਾਂ ਦੀ ਹਾਂ ਸੁਖਵਿੰਦਰ ਜੀ ਬਹੁਤ ਮਾੜੀ ਹੁੰਦੀ ਆ। ਬੰਦਾ ਤਾਕਤ ਦੇ ਨਸ਼ੇ ਦੇ ਵਿੱਚ ਤਾਂ ਬਹੁਤ ਕੁਝ ਕਰ ਬੈਠਦਾ, ਪਰ ਜਦੋਂ ਫਿਰ ਪਰਮਾਤਮਾ ਇਨਸਾਫ ਕਰਦਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਭਾਰਤ ਭੂਸ਼ਣ ਆਸ਼ੂ ਹੋਵੇ, ਚਾਹੇ ਸਾਧੂ ਸਿੰਘ ਧਰਮਸੋਤ ਹੋਵੇ, ਚਾਹੇ ਚਰਨਜੀਤ ਸਿੰਘ ਚੰਨੀ ਹੋਵੇ, ਸਾਰਿਆਂ ਦਾ ਸਾਹਮਣੇ ਆ ਉਹ ਹਾਲ ਜਿਹੜਾ ਹੋ ਗਿਆ। ਭਾਰਤ ਭੂਸ਼ਣ ਆਸ਼ੂ ਦਾ ਹੁਣ ਏਡਾ ਸੌਖਾ ਨਿਕਲਣਾ ਲੱਗਦਾ ਨਹੀਂ ਹੈ ਜੀ। ਬਿਲਕੁਲ। ਤਾਂ ਦੂਜੇ ਪਾਸੇ ਅਣਖੀ ਸਾਹਿਬ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਪੋਸਟਰ ਜਿਹੜਾ ਦਿਖਾਇਆ ਜਾਵੇ, ਅੱਜ ਬੜੀ ਮਸ਼ਹੂਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਕੀਤੀ। ਇਹਦੇ ਵਿੱਚ ਉਹ ਵੇਰਵੇ ਦੇ ਰਹੇ ਨੇ ਕਿ ਅਸੀਂ ਕਿੰਨੇ ਅਫਸਰ ਫੜਦੇ ਆ, ਕਿੰਨੇ ਲੀਡਰ ਫੜਦੇ ਆ ਤੇ ਕਿੰਨੇ ਜਿਹੜੇ ਅਧਿਕਾਰੀ ਫੜਦੇ ਆ, ਤੇ ਸਾਰੀ ਗਿਣਤੀ ਉਹਨਾਂ ਨੇ ਦੱਸੀ ਭ੍ਰਿਸ਼ਟਾਚਾਰ ਦੇ ਵਿੱਚ। ਪਰ ਉਹ ਆਪਣਾ ਜਿਹੜਾ ਮੰਤਰੀ ਖੁਦ ਭਗਵੰਤ ਮਾਨ ਨੇ ਫੜਿਆ ਸੀਗਾ ਵਿਜੇ ਸਿੰਗਲਾ, ਉਹਦਾ ਜਿਹੜਾ ਨਾਮ ਇਹਦੇ ਵਿੱਚ ਦਰਜ ਕਰਨਾ ਭੁੱਲ ਗਏ ਅਣਖੀ ਸਾਹਿਬ, ਉਹਨੂੰ ਮੈਂਸ਼ਨ ਕਰਨਾ ਭੁੱਲ ਗਏ ਕਿ ਅਸੀਂ ਆਪਣਾ ਵੀ ਮੰਤਰੀ ਇੱਕ ਫੜਿਆ ਸੀ। ਤੇ ਮੈਨੂੰ ਲੱਗਦਾ ਕਿਤੇ ਇਸ ਕਰਕੇ ਤਾਂ ਨਹੀਂ ਭੁੱਲ ਗਏ, ਤੇ ਜੇ ਉਹਦੇ ਵਿੱਚ ਮੈਂਸ਼ਨ ਕਰਦੇ ਤਾਂ ਉਹ ਜਿਹੜਾ ਪਾਰਟੀ ਦੀਆਂ ਮੀਟਿੰਗਾਂ 'ਚ ਤੁਰਿਆ ਫਿਰਦਾ ਤੇ ਪਾਰਟੀ ਦੇ ਅੰਦਰ ਹਾਲੇ ਵੀ ਕੰਮ ਕਰਦਾ ਜਿਹੜਾ ਤੁਰਿਆ ਫਿਰਦਾ, ਉਹਨੂੰ ਕੱਢਣਾ ਪੈਣਾ ਸੀ। ਕੀ ਲੱਗਦਾ ਹੈ ਕਿ ਇਹ ਭਗਵੰਤ ਮਾਨ ਮੁੱਕਰ ਗਏ ਜਾਂ ਛੱਡ ਗਏ ਆਪਣੀਆਂ ਜਿਹੜੀਆਂ ਗੱਲਾਂ ਕਹਿੰਦੇ ਹੁੰਦੇ ਸੀ ਕਿ ਮੇਰੇ ਕੋਲੇ, ਜਿਵੇਂ ਹੁਣ ਭਾਰਤ ਭੂਸ਼ਣ ਆਸ਼ੂ ਬਾਰੇ ਕਹਿ ਰਹੇ ਸੀ ਕਿ ਭਾਰਤ ਭੂਸ਼ਣ ਆਸ਼ੂ ਦੇ ਮੇਰੇ ਕੋਲੇ ਜਿਹੜੇ ਸਬੂਤ ਹੈਗੇ ਆ, ਉਵੇਂ ਸਿੰਗਲੇ ਦੇ ਕਹਿੰਦੇ ਸੀ। ਬਾਅਦ ਦੇ ਵਿੱਚ ਸਬੂਤ ਕੋਈ ਦੇਖਣ ਨੂੰ ਮਿਲੇ ਨਹੀਂ, ਜ਼ਮਾਨਤਾਂ ਵੀ ਮਿਲ ਗਈਆਂ, ਹਾਲੇ ਤੱਕ ਵੀ ਸਬੂਤ ਨਹੀਂ ਦੇਖਣ ਨੂੰ ਮਿਲੇ। ਪਾਰਟੀ ਦੇ ਵਿੱਚ ਵੀ ਸਿੰਗਲਾ ਸਾਹਿਬ ਉਵੇਂ ਤੁਰੇ ਫਿਰਦੇ ਆ। ਤਾਂ ਕੀ ਲੱਗਦਾ ਕਿ ਮੈਂਸ਼ਨ ਕਿਉਂ ਨਹੀਂ ਕੀਤਾ ਗਿਆ? ਮੈਂਸ਼ਨ ਇਸ ਲਈ ਨਹੀਂ ਕੀਤਾ ਗਿਆ ਕਿ ਉਹਨੂੰ ਮਾਫ ਕਰ ਦਿੱਤਾ ਸਿੰਗਲਾ ਨੂੰ ਭਗਵੰਤ ਮਾਨ ਸਾਹਿਬ ਨੇ, ਇਸੇ ਕਰਕੇ ਪਾਰਟੀ ਤੁਰੇ ਫਿਰਦੇ ਆ, ਇਸੇ ਕਰਕੇ ਮੈਂਸ਼ਨ ਨਹੀਂ ਹੋਇਆ? ਜਾਂ ਫਿਰ ਜਿਵੇਂ ਮੈਂ ਕਿਹਾ ਸੀ ਦੱਬੇ ਗਏ ਭਗਵੰਤ ਮਾਨ, ਕਹਿੰਦੇ ਸਿੰਗਲੇ ਦੀ ਦਿਲਦੀਪ ਸਿੰਘ ਤੱਕ ਚੰਗੀ ਹੈ ਜਿਹਦੇ ਕਰਕੇ ਜ਼ਮਾਨਤਾਂ ਵੀ ਜਲਦੀ ਹੋ ਗਈਆਂ ਤੇ ਪਾਰਟੀ ਦੇ ਵਿੱਚ ਵੀ ਹਲੇ ਉਹ ਬੈਠੇ ਆ। ਕੀ ਹੋ ਸਕਦਾ, ਕੀ ਕਾਰਨ ਆ ਅਣਖੀ ਸਾਹਿਬ? ਸੁਖਵਿੰਦਰ ਜੀ, ਪਹਿਲਾਂ ਤਾਂ ਆ ਜਿਹੜਾ ਭਗਵੰਤ ਮਾਨ ਨੇ ਪੋਸਟਰ ਜਾਰੀ ਕੀਤਾ, ਜੇ ਪੋਸਟਰ ਜਾਰੀ ਨਾ ਕਰਦੇ ਤਾਂ ਸ਼ਾਇਦ ਸਥਿਤੀਆਂ ਭਗਵੰਤ ਮਾਨ ਦੀ ਸਰਕਾਰ ਦੀਆਂ ਬੜੀਆਂ ਵਧੀਆ ਹੁੰਦੀਆਂ। ਆ ਜਿਹੜਾ ਇੱਕ ਮੰਤਰੀ ਗ੍ਰਿਫਤਾਰ ਕਰਕੇ ਤੇ ਨਾਲ ਹੀ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਵਾਹਵਾ ਕੱਟਣ ਦਾ ਜਿਹੜਾ ਉਹਨਾਂ ਦਾ ਤਰੀਕਾ ਪ੍ਰਚਾਰ ਕਰਨ ਦਾ,
ਇਹ ਹਰ ਪਾਰਟੀ ਦੇ ਰਡਾਰ ਤੇ ਪਾਰਟੀ ਦੇ ਹਰ ਰਵਾਇਤੀ ਪਾਰਟੀ ਇਸ ਦਾ ਵਿਰੋਧ ਕਰਦੀ ਆ ਕਿ ਕੰਮ ਘੱਟ ਤੇ ਮਸ਼ਹੂਰੀ ਜ਼ਿਆਦਾ ਆਮ ਆਦਮੀ ਪਾਰਟੀ ਕਰਦੀ ਪਈ ਆ। ਤੇ ਇਹਦੇ ਤੋਂ ਤਾਂ ਇਹੋ ਜ਼ਾਹਰ ਹੁੰਦਾ ਕਿ ਇਹਦੀ ਇੰਨੀ ਦੇਣ ਦੀ ਲੋੜ ਨਹੀਂ ਸੀ, ਪਰ ਸ਼ਾਇਦ ਭਗਵੰਤ ਮਾਨ ਹੁਣੀ ਹਰ ਨਿੱਕੀ ਤੇ ਨਿੱਕੀ ਗੱਲ ਦੀ ਆਪਣੀ ਪਿੱਠ ਜਿਹੜੀ ਥਪਥਪਾਉਣਾ ਚਾਹੁੰਦੇ ਆ ਤਪਾੜੀ। ਤੇ ਨਾਲ ਹੀ ਜਿਹੜਾ ਤੁਸੀਂ ਬੜਾ ਵੱਡਾ ਮਹੱਤਵਪੂਰਨ ਪ੍ਰਸ਼ਨ ਕੀਤਾ, ਮਜ਼ਾ ਤੇ ਤਾਂ ਹੁੰਦਾ ਸੀ ਕਿ ਇਸ ਇਸ਼ਤਿਹਾਰ ਦੇ ਵਿੱਚ ਇੱਕ ਲਾਈਨ ਜਿਹੜੀ ਆ ਵਿਜੇ ਸਿੰਗਲਾ ਵੱਲੋਂ ਵੀ ਲਿਖ ਦਿੱਤੀ ਗਈ ਹੁੰਦੀ ਤਾਂ ਵਾਕਿਆ ਫਿਰ ਪਤਾ ਲੱਗਦਾ ਕਿ ਇਹ ਸਰਕਾਰ ਵਾਕਿਆ ਹੀ ਭ੍ਰਿਸ਼ਟਾਚਾਰ ਦੇ ਪ੍ਰਤੀ ਇੰਨੀ ਸੰਜੀਦਾ ਆ, ਇੰਨੀਆਂ ਮਤਲਬ ਹੈਗੀ ਗੰਭੀਰਤਾ ਨਾਲ ਕਿ ਕਿਸੇ ਬੰਦੇ ਨੂੰ ਵੀ ਨਹੀਂ ਬਖਸ਼ ਰਹੀ। ਆਪਣੇ ਮੰਤਰੀ ਦਾ ਨਾਮ ਵੀ ਲਿਖਣਾ ਪਿਆ ਤੇ ਇਹਨਾਂ ਨੇ ਲਿਖ ਦਿੱਤਾ। ਤਾਂ ਸ਼ਾਇਦ ਫਿਰ ਲੋਕੀ ਇਸ ਇਸ਼ਤਿਹਾਰਬਾਜ਼ੀ ਦਾ ਦਿਲੋਂ ਸਤਿਕਾਰ ਕਰਦੇ, ਭਗਵੰਤ ਮਾਨ ਦਾ ਦਿਲੋਂ ਸਤਿਕਾਰ ਕਰਦੇ। ਪਰ ਉਹ ਉਦੋਂ ਕਹਿੰਦੇ ਸੀ ਕਿ ਸਾਡੇ ਕੋਲ ਸਬੂਤ ਹੈਗਾ, ਇਹੋ ਜਿਹਾ ਸਬੂਤ ਤਾਂ ਸੁੱਚਾ ਸਿੰਘ ਛੋਟੇਪੁਰ ਦਾ ਵੀ ਕਹਿੰਦੇ ਹੁੰਦੇ ਸੀ, ਉਹਦਾ ਵੀ ਵੀਡੀਓ ਕਹਿੰਦੇ ਹੈਗਾ, ਆਡੀਓ ਹੈਗਾ, ਇਹਦਾ ਵੀ ਆਡੀਓ ਟੇਪ। ਸੁੱਚਾ ਸਿੰਘ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਛੱਟਿਆ 5-6 ਸਾਲ ਹੋ ਚਲੇ, ਉਹ ਆਡੀਓ ਟੇਪ ਅਜੇ ਤੱਕ ਸਾਹਮਣੇ ਨਹੀਂ ਆਇਆ। ਵਿਜੇ ਸਿੰਗਲਾ ਨੂੰ ਵੀ ਪਾਰਟੀ ਚੋਂ ਮੰਤਰੀਸ਼ਿਪ ਲੈ ਲਈ ਗਈ, ਉਹਨਾਂ ਦਾ ਅਸਤੀਫਾ ਲੈ ਕੇ ਉਹਨਾਂ ਨੂੰ ਜੇਲ੍ਹ 'ਚ ਭੇਜਤਾ, ਫਿਰ ਜ਼ਮਾਨਤ ਵੀ ਹੋ ਗਈ, ਸਾਰਾ ਕੁਝ ਹੋ ਗਿਆ। ਤੁਸੀਂ ਤਾਂ ਇਹ ਗੱਲ ਕਹੀ ਆ ਕਿ ਹੋ ਸਕਦਾ ਕਿ ਜਿਸ ਤਰੀਕੇ ਨਾਲ ਉੱਪਰੋਂ ਕੇਜਰੀਵਾਲ ਦਾ ਦਬਾਅ ਪਿਆ ਹੋਵੇ, ਕਿਉਂਕਿ ਆਮ ਕਥਿਤ ਤੌਰ ਤੇ ਅਫਵਾਹਾਂ ਨੇ ਕਿ ਸਿੰਗਲਾ ਜਿਹੜਾ ਉੱਪਰਲੇ ਖਾਤੇ ਚੋਂ ਆਇਆ ਸੀ, ਭਗਵੰਤ ਮਾਨ ਇਸ ਨੂੰ ਪਸੰਦ ਨਹੀਂ ਸੀ ਕਰਦਾ। ਠੀਕ ਆ, ਉਹ ਕਰਪਸ਼ਨ ਹੋਈ, ਫੜ ਲਿਆ, ਫਿਰ ਉੱਤੋਂ ਜਦੋਂ ਦਬਾਅ ਪਿਆ, ਖਾਸ ਤੌਰ ਤੇ ਜਿਹੜੀ ਇੱਕ ਕੋਠੀ ਚੰਡੀਗੜ੍ਹ ਦੇ ਵਿੱਚ ਬੜੀ ਚਰਚਿਤ ਕੋਠੀ ਆ, ਉਸ ਕੋਠੀ ਦੇ ਵਿੱਚ ਕਹਿੰਦੇ ਕਿ ਇਹ ਸੰਦੇਸ਼ ਮਿਲੇ ਕਿ ਹੁਣ ਬੰਦੇ ਦੀ ਜ਼ਮਾਨਤ ਕਰਾ ਦਿਓ, ਤੇ ਬੰਦੇ ਦੀ ਜ਼ਮਾਨਤ ਕਰਾ ਦਿੱਤੀ ਗਈ। ਤਾਂ ਸੁਖਵਿੰਦਰ ਜੀ, ਮੈਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹ ਬਿਆਨ ਚੇਤੇ ਹੁੰਦਾ ਕਿ ਜਦੋਂ ਇਹਨਾਂ ਨੇ ਕਿਹਾ ਕਿ ਇਹ ਇਦਾਂ ਕਰਨਗੇ, ਇਹਨਾਂ ਨੇ ਇੱਕ ਅੱਧਾ ਬੰਦਾ ਆਪਣਾ ਟੰਗ ਦੇਣਾ ਤੇ ਬਾਅਦ ਵਿੱਚ ਸਾਡੇ ਬੰਦੇ ਟੰਗਣੇ ਤੇ ਬਾਅਦ ਚ ਉਹਨੂੰ ਫਿਰ ਇਹਨਾਂ ਨੇ ਮੁਕਤ ਕਰਾ ਲੈਣਾ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਉਸ ਵੇਲੇ ਲੱਗਦੀ ਨਹੀਂ ਸੀ ਕਿ ਇਦਾਂ ਹੋਏਗੀ, ਪਰ ਸ਼ਾਇਦ ਉਹ ਇੱਕ ਹੰਢੇ ਹੋਏ ਸਿਆਸਤਦਾਨ ਨੇ ਪ੍ਰਤਾਪ ਸਿੰਘ ਬਾਜਵਾ, ਤੇ ਸ਼ਾਇਦ ਇਸ ਭਗਵੰਤ ਮਾਨ ਦੀ ਇਸ ਸਰਕਾਰ ਨੂੰ ਉਹ ਪਹਿਲਾਂ ਹੀ ਸਮਝ ਗਏ ਕਿ ਭਗਵੰਤ ਮਾਨ ਕਿਹੜੀ ਚਾਲ ਚੱਲੇਗਾ, ਜਾਂ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਹੜੀ ਚਾਲਾਂ ਚੱਲ ਸਕਦੀ ਹੈ ਤਾਂ ਜੋ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਜਾਏ। ਤਾਂ ਬਿਲਕੁਲ ਉਸੇ ਤਰੀਕੇ ਨਾਲ ਹੀ ਹੋਇਆ ਸੀ ਜਿਸ ਤਰੀਕੇ ਨਾਲ ਸਰਦਾਰ ਪ੍ਰਤਾਪ ਸਿੰਘ ਹੁਣ ਬਾਜਵਾ ਹੋਣਾ ਨੇ ਇਹ ਗੱਲ ਕਹੀ ਕਿ ਸਕ੍ਰਿਪਟ ਪਹਿਲਾਂ ਲਿਖੀ ਗਈ ਆ, ਸਿਰਫ ਬੰਦੇ ਹੀ ਫਿੱਟ ਕਰਦੇ ਆ ਕਿਉਂਕਿ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਲੜਦੀਆਂ ਨੇ। ਤੇ ਸੁਖਵਿੰਦਰ ਜੀ, ਜੇਕਰ ਇਹ ਵੀ ਗੱਲ ਦੱਸਦਾ, ਜੇਕਰ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਹਾਰੀ ਨਾ ਹੁੰਦੀ, ਜੇ ਆਮ ਆਦਮੀ ਪਾਰਟੀ ਉਥੋਂ ਜਿੱਤ ਗਈ ਹੁੰਦੀ, ਤੇ ਇਹ ਯਕੀਨਨ ਤੌਰ ਤੇ ਤੁਹਾਨੂੰ ਮੈਂ ਕਹਿ ਸਕਣਾ ਵਿਜੇ ਸਿੰਗਲਾ ਦੀ ਜ਼ਮਾਨਤ ਨਹੀਂ ਸੀ ਹੋਣੀ, ਨਾ ਇਹਨਾਂ ਨੇ ਕਰਨ ਦੇਣੀ ਸੀ, ਕਿਉਂਕਿ ਉਸ ਸਮੇਂ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਪਾਰਟੀ ਦੇ ਅੰਦਰ ਬਗਾਵਤ ਹੋ ਸਕਦੀ ਆ, ਹੁਣ ਬੰਦੇ ਨੂੰ ਬਾਹਰ ਕੱਢ ਲਓ। ਪਰ ਇਹਦੇ ਨਾਲ ਤੁਹਾਡੀ ਕਹਿਣੀ ਤੇ ਕਥਨੀ ਦਾ ਉਹ ਅੰਤਰ ਸਪਸ਼ਟ ਹੋ ਜਾਂਦਾ ਕਿ ਤੁਸੀਂ ਜਦੋਂ ਆਪਣਿਆਂ ਵੱਲੋਂ ਸੋਚਦੇ ਜੇ ਉਦੋਂ ਤੁਸੀਂ ਐਨਕ ਹੋਰ ਲਾ ਲੈਂਦੇ ਜੇ, ਤੇ ਜਦੋਂ ਵਿਰੋਧੀਆਂ ਵੱਲ ਵੇਖਦੇ ਜੇ ਉਦੋਂ ਐਨਕਾਂ ਦੇ ਸ਼ੀਸ਼ੇ ਨੰਬਰ ਬਦਲੇ ਜਾਂਦੇ ਨੇ। ਸੋ ਬੜੀ ਵਧੀਆ ਗੱਲ ਕਹੀ ਹੈ ਕਿ ਇਹਦੇ ਵਿੱਚ ਜਾਂ ਤਾਂ ਭਗਵੰਤ ਮਾਨ ਭੁੱਲ ਨਹੀਂ ਗਏ, ਹੁਣ ਉਸ ਦੀ ਪੇਸ਼ ਨਹੀਂ ਗਈ ਇਸ ਮੁੱਦੇ ਤੇ। ਜਿਸ ਤਰੀਕੇ ਨਾਲ ਰਾਜਾ ਵੜਿੰਗ ਕਹਿ ਰਹੇ ਸੀ ਕਿ ਅਮਨ ਅਰੋੜਾ ਦਾ ਬੰਦਾ ਉਹ ਜੱਫੀਆਂ ਪਾ ਰਿਹਾ, ਹੁਣ ਚਲੋ ਜੇਕਰ ਉਹ ਕਰਪਟ ਹੈਗਾ, ਹੁਣ ਇਹ ਤਾਂ ਨਹੀਂ ਨਾ ਕਿ ਅਮਨ ਜੱਫੀ ਪਾਉਣ ਤਾਂ ਵੀ ਉਹਦੇ ਤੇ ਬੈਨ ਲਾ ਦਿੱਤਾ, ਪਰ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਅਗਰ ਉਹ ਜਾਂਦਾ ਜਿਹਦੇ ਉੱਤੇ ਉਹਦੀ ਹੀ ਪਾਰਟੀ ਨੇ ਕੇਸ ਦਰਜ ਕੀਤਾ ਹੋਵੇ ਤਾਂ ਕੁਦਰਤੀ ਤੌਰ ਤੇ ਸਵਾਲ ਤਾਂ ਉੱਠਣਗੇ। ਸੁਖਵਿੰਦਰ ਜੀ, ਮੈਨੂੰ ਹੋਰ ਇੱਕ ਗੱਲ ਨਾਲ ਹੀ ਯਾਦ ਆ ਗਈ, ਜਦੋਂ ਵਿਜੇ ਸਿੰਗਲਾ ਨੂੰ ਫੜਿਆ ਗਿਆ ਤੇ ਵਿਜੇ ਸਿੰਗਲਾ ਨੂੰ ਮੈਨੂੰ ਇਹ ਨਹੀਂ ਸਮਝ ਆਈ ਕਿ ਉਹਨੇ ਬਿਆਨ ਜਿਹੜਾ ਅਜੇ ਤੱਕ ਮੈਨੂੰ ਯਾਦ ਆ, ਆਪਾਂ ਉਹਦੇ ਸੰਬੰਧੀ ਚਰਚਾ ਵੀ ਕੀਤੀ ਸੀ, ਉਹ ਕਹਿੰਦਾ ਵੀ ਮੇਰੇ ਵਿਰੁੱਧ ਤੇ ਪਾਰਟੀ ਦੇ ਵਿਰੁੱਧ ਸਾਜ਼ਿਸ਼ ਆ। ਹੁਣ ਬੰਦਾ ਪੁੱਛੇ ਮੁੱਖ ਮੰਤਰੀ ਤੇਰਾ ਫੜਦਾ ਪਿਆ, ਪਾਰਟੀ ਤੇਰੀ ਫੜਦੀ ਪਈ ਆ, ਮੁੱਖ ਮੰਤਰੀ ਐਲਾਨ ਕਰਦਾ ਪਿਆ, ਤੇ ਫਿਰ ਸਾਜ਼ਿਸ਼ ਕਿਸ ਤਰੀਕੇ ਨਾਲ ਹੋਈ? ਤਾਂ ਉਸ ਬੰਦੇ ਨੇ ਆਪਣੀ ਗ੍ਰਿਫਤਾਰੀ ਨਾਲੇ ਮੁੱਖ ਮੰਤਰੀ ਅਣਖੀ ਸਾਹਿਬ ਇਹ ਕਹਿ ਰਿਹਾ ਕਿ ਨਾ ਇਹ ਗੱਲ ਮੀਡੀਆ ਨੂੰ ਪਤਾ, ਨਾ ਇਹ ਗੱਲ ਵਿਰੋਧੀਆਂ ਨੂੰ ਪਤਾ, ਇਹ ਤਾਂ ਗੱਲ ਹੀ ਮੈਨੂੰ ਪਤਾ। ਤਾਂ ਫਿਰ ਬਿਲਕੁਲ ਸਰ ਪ੍ਰਤਾਪ ਸਿੰਘ ਬਾਜਵਾ ਵਾਲੀ ਸੁਖਵਿੰਦਰ ਜੀ ਗੱਲ ਲਾ ਗਈ, ਇਹ ਸਟਿੰਗ ਆਪਰੇਸ਼ਨ ਹੀ ਚਲਾਇਆ ਗਿਆ ਸੀ ਤਾਂ ਜੋ ਇੱਕ ਅੱਧੇ ਬੰਦੇ ਦੀ ਕੁਰਬਾਨੀ ਲੈ ਲਓ, ਆਪਣੀ ਵਾਹਵਾ ਖੱਟ ਲਓ, ਤੇ ਇਸ ਤਰੀਕੇ ਨਾਲ ਆਪਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਡੀ ਗੱਲ ਅਣਖੀ ਸਾਹਿਬ ਇਹ ਵੀ ਹੈ, ਬਿਲਕੁਲ ਤੁਸੀਂ ਬੜਾ ਵਧੀਆ ਗੱਲ ਕੀਤੀ ਹੈ ਕਿ ਸ਼ਾਇਦ ਕੋਈ ਨਾਟਕ ਹੀ ਹੋ ਸਕਦਾ, ਜਾਂ ਫਿਰ ਉਹ ਦੱਬਣ ਦਬਾਉਣ ਵਾਲਾ ਕੰਮ ਦਿੱਲੀ ਵਾਲਾ ਖਾਨਾ ਜਾਂ ਪੰਜਾਬ ਵਾਲਾ ਖਾਨਾ ਉਹ ਵੀ ਜਿਹੜਾ ਸਿਸਟਮ ਹੋ ਸਕਦਾ। ਪਰ ਗੱਲ ਇਹ ਹੈ ਕਿ ਜੇ ਭਗਵੰਤ ਮਾਨ ਕੋਲ ਸਬੂਤ ਸੀ ਤਾਂ ਫਿਰ ਅਦਾਲਤ ਦੇ ਵਿੱਚ ਪੇਸ਼ ਕਰਕੇ ਜ਼ਮਾਨਤ ਰੁਕੀ ਕਿਉਂ ਨਹੀਂ ਗਈ, ਤੇ ਜੇ ਜ਼ਮਾਨਤ ਰੁਕੀ ਨਹੀਂ ਸੀ ਤਾਂ ਫਿਰ ਜਨਤਕ ਸਬੂਤ ਕੀਤੇ ਕਿਉਂ ਨਹੀਂ ਗਏ, ਤੇ ਜੇ ਸਭ ਕੁਝ ਹੀ ਸਾਰਾ ਕੁਝ ਠੀਕ ਹੈ ਤੇ ਫਿਰ ਹਾਲੇ ਤੱਕ ਪਾਰਟੀ ਦੇ ਵਿੱਚ ਰੱਖਿਆ ਇਹੋ ਜਿਹੇ ਬੰਦੇ ਨੂੰ ਕਿਉਂ ਆ? ਇਹ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਦੇਣੇ ਪੈਣਗੇ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਮੁਸ਼ਕਲਾਤਾਂ ਜਿਹੜੀਆਂ ਅਣਖੀ ਸਾਹਿਬ ਹੋਰ ਵੱਧ ਸਕਦੀਆਂ ਨੇ। ਸੁਖਵਿੰਦਰ ਜੀ, ਉਹ ਤਾਂ ਹੈ ਹੀ ਹੈ, ਜੇਕਰ ਤੁਸੀਂ ਆਪਣਾ ਅਕਸ ਇਹੋ ਜਿਹਾ ਲੋਕਾਂ ਦੇ ਵਿੱਚ ਪੇਸ਼ ਕਰਨਾ
ਕਿ ਤੁਸੀਂ ਦੁੱਧ ਦੇ ਨਾਤੇ ਜੇ ਤੁਹਾਡੇ ਉੱਤੇ ਕੋਈ ਇਸ ਤਰ੍ਹਾਂ ਦਾ ਗਬਨ ਦਾ ਕਰਪਸ਼ਨ ਦਾ ਕੋਈ ਦਾਗ ਨਹੀਂ, ਤੇ ਫਿਰ ਜਿਹੜਾ ਇੱਕ ਬੰਦਾ ਆਪਣਾ ਹੀ ਫੜਿਆ ਉਹਨੂੰ 10-15 ਦਿਨ ਵਾਸਤੇ 2 ਮਹੀਨਿਆਂ ਵਾਸਤੇ ਘੱਟੋ ਘੱਟ ਪਾਰਟੀ ਚੋਂ ਸਸਪੈਂਡ ਹੀ ਕਰ ਦਿਓ। ਇਹੋ ਲੋਕਾਚਾਰੀ ਵਿਖਾ ਦਿਓ ਕਿ ਵੇਖੋ ਜੀ ਅਸੀਂ ਕੋਰਟ ਨੇ ਤੇ ਕੋਈ ਇਹਦੇ ਸੰਬੰਧੀ ਅਜੇ ਜ਼ਮਾਨਤ ਤੇ ਆ ਤਾਂ ਅਸੀਂ ਇਹਦੇ ਖਿਲਾਫ ਇਹ ਕਾਰਵਾਈ ਜਿਹੜੀ ਕਰ ਦਿੱਤੀ ਆ। ਪਰ ਤੁਹਾਨੂੰ ਪਤਾ ਸਰਕਾਰਾਂ ਕੋਲ ਬੜੇ ਤਰੀਕੇ ਹੁੰਦੇ ਨੇ ਗੱਲ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ, ਜਿਸ ਤਰੀਕੇ ਨਾਲ ਮਾਫ ਕਰਦਾ ਰਾਜਨੀਤਿਕ ਲੋਕਾਂ ਕੋਲ। ਬਿਕਰਮ ਸਿੰਘ ਮਜੀਠੀਆ ਜੇਲ੍ਹ 'ਚ ਜਾਂਦੇ ਆ, ਉਹ ਬਾਹਰ ਆਣ ਕੇ ਬਿਆਨ ਦੇ ਦਿੰਦੇ ਆ ਨਹੀਂ ਵੀ ਜੇਲ੍ਹ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ, ਬੰਦਾ ਰੱਬ ਦੇ ਕਲੂਜ ਹੋ ਜਾਂਦਾ। ਹੁਣ ਚਲੋ ਉਹ ਇੱਕ ਅਲੱਗ ਬਿਆਨ ਉਹਨਾਂ ਨੇ ਦੇਤਾ ਆਪਣੀ ਸਥਿਤੀ ਨੂੰ ਸੁਧਾਰਨ ਨੂੰ। ਹੁਣ ਜੇਕਰ ਜਿਸ ਤਰੀਕੇ ਨਾਲ ਆਹ ਲੋਕੀ ਸਵਾਲ ਕਰਨਗੇ, ਜਿਹੜਾ ਸਵਾਲ ਤੁਸੀਂ ਕਰ ਰਹੇ ਜੇ ਭਗਵੰਤ ਮਾਨ ਹੁਣਾਂ ਨੂੰ, ਜੇ ਆਪਾਂ ਇਸ ਪ੍ਰੋਗਰਾਮ ਰਾਹੀਂ ਤੇ ਕਰ ਰਹੇ ਆ, ਭਗਵੰਤ ਮਾਨ ਜਵਾਬ ਦੇ ਦੇਗਾ ਵੇਖੋ ਜੀ ਮਸਲਾ ਹੁਣ ਕੋਰਟ ਦੇ ਵਿੱਚ ਆ, ਮੈਟਰ ਜੇ ਸਬ ਜੂਡਿਸ, ਆਪਾਂ ਕੀ ਕਰ ਸਕਨੇ ਆ, ਜੋ ਕੋਰਟ ਫੈਸਲਾ ਕਰੇਗੀ ਉਹਦੇ ਅਨੁਸਾਰ ਅਸੀਂ ਸਿਰ ਝੁਕਾਵਾਂਗੇ। ਮਤਲਬ ਇੰਨੀ ਗੱਲ ਕਹਿ ਕੇ ਜਿਹੜੇ ਗੁੰਗਲੂਆਂ ਤੋਂ ਮਿੱਟੀ ਜਿਹੜੀ ਝਾੜ ਦਿੱਤੀ ਜਾਵੇਗੀ। ਰਾਜਨੀਤਿਕ ਲੋਕਾਂ ਕੋ ਆਪਣੀਆਂ ਸਥਿਤੀਆਂ ਨੂੰ ਜਿਸ ਤਰੀਕੇ ਨਾਲ ਮਰਜ਼ੀ ਢਾਲ ਲਓ, ਉਹਨਾਂ ਕੋਲ ਬਹੁਤ ਕੁਝ ਲੱਗਦਾ ਕਿ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਨਾ ਹੀ ਆਪਾਂ ਭੁੱਲਣ ਦੇਵਾਂਗੇ ਕਿ ਭਗਵੰਤ ਮਾਨ ਖੁਦ ਕਹਿੰਦੇ ਸੀ ਕਿ ਮੈਂ ਵੈਰੀਫਾਈ ਕੀਤਾ, ਮੈਂ ਸਬੂਤ ਦੇਖਿਆ। ਚਲੋ ਅਦਾਲਤਾਂ ਦੇ ਵਿੱਚ ਤਾਂ ਮਾਮਲੇ ਲੰਬੇ ਚੱਲ ਜਾਂਦੇ ਆ, ਭਗਵੰਤ ਮਾਨ ਨੂੰ ਜਾਂ ਤਾਂ ਫਿਰ ਆਪਣੀਆਂ ਅੱਖਾਂ ਤੇ ਯਕੀਨ ਨਹੀਂ, ਜਾਂ ਫਿਰ ਆਪਣੇ ਆਪ ਤੇ ਯਕੀਨ ਨਹੀਂ, ਜਾਂ ਫਿਰ ਕਿਉਂਕਿ ਸਬੂਤ ਤਾਂ ਉਹਨਾਂ ਨੇ ਦੇਖਿਆ ਨਾ। ਅਦਾਲਤਾਂ ਚਲੋ ਕਾਫੀ ਲੰਬਾ ਸਮਾਂ ਲੈ ਲੈਂਦੀਆਂ ਨੇ, ਪਰ ਭਗਵੰਤ ਮਾਨ ਨੂੰ ਖੁਦ ਨੂੰ ਆਪਣੇ ਆਪ ਤੇ ਤਾਂ ਯਕੀਨ ਹੋਊਗਾ ਹੀ ਕਿ ਜੇ ਉਹਨਾਂ ਨੇ ਸਬੂਤ ਦੇਖੇ ਆ ਤੇ ਉਹਨਾਂ ਸਬੂਤਾਂ ਤੋਂ ਬਾਅਦ ਆਪਣਾ ਇੱਕ ਵੱਡਾ ਮੰਤਰੀ ਲਾ ਕੇ ਮਾਰਿਆ, ਉਹਦੇ ਤੇ ਪਰਚਾ ਵੀ ਦਰਜ ਕਰਾ ਦਿੱਤਾ, ਐਡਾ ਰਿਸਕ ਵੀ ਲਿਆ, ਤਾਂ ਫਿਰ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਹੈਗਾ ਹੀ ਆ। ਤਾਂ ਫਿਰ ਭਗਵੰਤ ਮਾਨ ਨੂੰ ਸਾਬਤ ਜਿਹੜਾ ਉਹ ਕਰਨਾ ਪਊਗਾ, ਲੋਕਾਂ ਨੂੰ ਦੱਸਣਾ ਪਊਗਾ ਕਿ ਆਖਰ ਮਾਮਲਾ ਹੈ ਕੀ ਆ। ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਮੁਸ਼ਕਲਾਤਾਂ, ਮੈਨੂੰ ਲੱਗਦਾ ਕਿ ਜਵਾਬ ਦੇਣਾ ਔਖਾ ਹੋ ਜਾਣਾ ਲੋਕਾਂ ਨੂੰ। ਸੁਖਵਿੰਦਰ ਜੀ ਜਵਾਬ ਦੇਣਾ ਤਾਂ ਮੁਸ਼ਕਲ ਹੋ ਗਿਆ। ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਹੀ ਇਹ ਡਰਾਮਾ ਕੀਤਾ ਗਿਆ ਸੀ। ਉਹਦੇ ਵਿੱਚ ਉਸ ਚੋਣ ਨੂੰ ਵਿੱਚ ਜਿੱਤ ਪ੍ਰਾਪਤ ਕਰਨ ਵਾਸਤੇ ਹੀ ਐਨਕਾਂ ਜਿਹੜੀਆਂ ਬਦਲ ਕੇ ਦੂਜੀਆਂ ਲਾਈਆਂ ਗਈਆਂ, ਆਪਣੇ ਬੰਦੇ ਦੀ ਕੁਰਬਾਨੀ ਦਿੱਤੀ ਗਈ। ਸੰਗਰੂਰ ਦੀ ਜਿਮਨੀ ਚੋਣ ਤੋਂ ਪਹਿਲਾਂ ਦਾ ਹੀ ਇਹ ਐਪੀਸੋਡ ਹੈਗਾ ਸਾਰਾ। ਤੇ ਜਦੋਂ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਨਹੀਂ ਕੁਝ ਮਿਲਿਆ, ਲੋਕਾਂ ਨੇ ਵੇਖ ਲਿਆ ਕਿ ਇਹ ਨਹੀਂ ਮਾਫ ਕਰਦਾ ਕਿ ਸਿਮਰਜੀਤ ਸਿੰਘ ਮਾਨ ਉੱਥੋਂ ਜਿੱਤਦੇ ਤੇ ਆਮ ਆਦਮੀ ਪਾਰਟੀ ਹਾਰਦੀ ਆ। ਲੋਕਾਂ ਨੇ ਤੇ ਜਵਾਬ ਦੇ ਦਿੱਤਾ ਸੀ ਕਿ ਉਸ ਤੋਂ ਮਗਰ ਦੀਆਂ ਸਥਿਤੀਆਂ ਬੰਦਾ ਜ਼ਮਾਨਤ ਤੇ ਹੋ ਕੇ ਬਾਹਰ ਆ ਗਿਆ। ਕਿਉਂਕਿ ਮੈਨੂੰ ਜਿੱਥੋਂ ਏਦਾਂ ਲੱਗਦਾ ਕਿ ਕੇਵਲ ਤੇ ਕੇਵਲ ਇਹ ਜਿਹੜੀ ਉਹਨਾਂ ਦਾ ਟਾਰਗੇਟ ਸੀ, ਕੇਵਲ ਸੰਗਰੂਰ ਦੀ ਜਿਮਨੀ ਚੋਣ ਦੇ ਵਿਚਕਾਰ ਆਪਣੇ ਆਪ ਨੂੰ ਇੱਕ ਅਜਿਹੇ ਸਰਕਾਰ ਦੇ ਰੂਪ ਵਿੱਚ ਪੇਸ਼ ਕਰਨਾ ਹੈ ਕਿ ਜਿਹੜੀ ਭ੍ਰਿਸ਼ਟਾਚਾਰ ਦੇ ਪ੍ਰਤੀ ਪੂਰਨ ਤੌਰ ਤੇ ਜ਼ੀਰੋ ਟਾਲਰੈਂਸ ਜਿਹੜੀ ਰੱਖ ਰਹੀ ਆ। ਪਰ ਉਹਨਾਂ ਦਿਨਾਂ 'ਚ ਸਿੱਧੂ ਮੂਸੇਵਾਲ ਦਾ ਕਤਲ ਹੋਣਾ, VIP ਸਿਕਿਉਰਿਟੀ ਐਰਾ ਵਗੈਰਾ ਇਹੋ ਜਿਹੇ ਮੁੱਦੇ ਸਨ ਜਿਹਦੇ ਵਿੱਚ ਭਗਵੰਤ ਮਾਨ ਦੀ ਇਹ ਚਾਲ, ਆਪਣੇ ਮੰਤਰੀ ਦੀ ਦਿੱਤੀ ਗਈ ਕਥਿਤ ਕੁਰਬਾਨੀ ਜਾਂ ਭਗਵੰਤ ਮਾਨ ਵੱਲੋਂ ਕੀਤੀ ਗਈ ਕਥਿਤ ਕਾਰਵਾਈ ਜਿਹੜੀ ਕਿਸੇ ਪਾਸੇ ਨਹੀਂ ਲੱਗੀ, ਤਾਂ ਕੁਦਰਤੀ ਤੌਰ ਤੇ ਉਹਨਾਂ ਨੂੰ ਵਾਪਸ ਲੈਣਾ ਪਿਆ। ਪਰ ਹਾਂ, ਲੋਕਾਂ ਦੀ ਯਾਦਾਸ਼ਤ ਜਿਹੜੀ ਆ ਉਹ ਏਡੀ ਕਮਜ਼ੋਰ ਨਹੀਂ ਹੁੰਦੀ। ਚਲੋ ਲੋਕ ਭੁੱਲ ਜਾਣਗੇ, ਪਰ ਸਾਡਾ ਕੰਮ ਹੈਗਾ ਸਰਕਾਰ ਦੇ ਹਰ ਮੁੱਦੇ ਦੇ ਉੱਤੇ, ਸਰਕਾਰ ਦੀ ਹਰ ਕਾਰਵਾਈ ਤੇ ਗੱਲ ਕਰਨੀ, ਚਾਹੇ ਉਹ ਕਾਰਵਾਈ 2017 ਦੀ ਹੋਵੇ, ਚਾਹੇ ਉਹ 2022 ਦੀ ਹੋਵੇ। ਅਸੀਂ ਤਾਂ ਆਵਾਜ਼ ਉਠਾਉਣੀ ਆ। ਸਰਕਾਰ ਇਹਦੇ ਸੰਬੰਧੀ ਕੀ ਗੱਲ ਕਰਦੀ ਆ ਇਹ ਹੁਣ ਸਰਕਾਰ ਦੇ ਵੇਖਣਾ, ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਇਹ ਮੁੱਦੇ ਜਿਹੜੇ ਆ ਸਮੇਂ-ਸਮੇਂ ਤੇ ਰੱਖਾਂਗੇ ਜੀ। ਕਾਰਕ ਸਾਹਿਬ ਜੀ ਸਾਡਾ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ, ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।